ਵੈਲਕਮ ਸਟੂਡੈਂਟਸ। ਅੱਜ ਅਸੀਂ ਸੋਸ਼ਲ ਸਟੱਡੀਜ਼ ਦੇ ਨਾਲ ਰਿਲੇਟਡ 200 ਤੋਂ ਜ਼ਿਆਦਾ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਕਰਨ ਜਾ ਰਹੇ ਹਾਂ ਤੇ ਤੁਸੀਂ ਪੂਰੀ ਜਿਹੜੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ। ਆਪਣੇ ਕੋਲ ਤੁਸੀਂ ਡਾਇਰੀ ਤੇ ਪੈਨ ਜ਼ਰੂਰ ਰੱਖਿਆ ਕਰੋ ਤੇ ਨਾਲ ਤਾਂ ਕਿ ਤੁਸੀਂ ਨੋਟ ਵੀ ਕਰਦੇ ਰਹੋ ਆਪਣਾ। ਆਵਰ ਫਸਟ ਕੁਐਸਚਨ ਇਜ਼ ਹਵਾ ਦੇ ਦਬਾਅ ਨੂੰ ਮਾਪਣ ਲਈ ਕੀ ਵਰਤਿਆ ਜਾਂਦਾ ਹੈ। ਆਨਸਰ ਵੀ ਮੈਂ ਨਾਲ ਹੀ ਦੱਸ ਰਹੀ ਹਾਂ ਤੁਹਾਨੂੰ। ਬੈਰੋਮੀਟਰ। ਜਿੱਥੇ ਤਾਪਮਾਨ ਜ਼ਿਆਦਾ ਹੁੰਦਾ ਹੈ ਉੱਥੇ ਹਵਾ ਦਾ ਦਬਾਅ ਘੱਟ ਹੁੰਦਾ ਹੈ। ਹਵਾ ਜ਼ਿਆਦਾ ਦਬਾਅ ਵਾਲੇ ਖੇਤਰਾਂ ਤੋਂ ਘੱਟ ਦਬਾਅ ਦੇ ਖੇਤਰਾਂ ਵੱਲ ਨੂੰ ਚੱਲਦੀ ਹੈ। ਇਹ ਹੈ ਠੀਕ। ਇੱਕੋ ਜਿਹੇ ਵਾਯੂਦਾਬ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਸਮਵਾਯੂ ਦਾਬ ਰੇਖਾ ਕਹਿੰਦੇ ਹਨ। ਠੀਕ। ਭੂ-ਮੱਧ ਰੇਖਾ ਦੇ 5 ਡਿਗਰੀ ਉੱਤਰ ਤੋਂ 5 ਡਿਗਰੀ ਦੱਖਣ ਅਕਸ਼ਾਂਸ਼ ਤੱਕ ਘੱਟ ਵਾਯੂਦਾਬ ਦੀ ਪੇਟੀ ਨੂੰ ਕੀ ਕਹਿੰਦੇ ਹਨ? ਡੋਲਡਰਮਸ। ਸਾਡੀ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਇਹ ਵੀ ਠੀਕ ਹੈ। ਭੂ-ਮੱਧ ਰੇਖਾ ਵੱਲ ਨੂੰ ਚੱਲ ਰਹੀਆਂ ਪੌਣਾਂ ਨੂੰ ਅਸੀਂ ਕੀ ਕਹਾਂਗੇ? ਜਿਹੜੀਆਂ ਭੂ-ਮੱਧ ਰੇਖਾ ਵੱਲ ਨੂੰ ਚੱਲਦੀਆਂ ਨੇ ਉਹ ਨੇ ਵਪਾਰਕ ਪੌਣਾ। ਧਰੁਵਾਂ ਵੱਲੋਂ 65 ਡਿਗਰੀ ਅਕਸ਼ਾਂਸ਼ਾਂ ਵੱਲ ਚੱਲਣ ਵਾਲੀਆਂ ਪੌਣਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਧਰੁਵੀ ਪੌਣਾ। ਜਿਹੜੀਆਂ ਧਰੁਵਾਂ ਵੱਲੋਂ ਚੱਲਦੀਆਂ ਨੇ ਉਹ ਹੈ ਨੇ ਧਰੁਵੀ ਪੌਣਾ। ਨੈਕਸਟ ਹੈ ਫੈਰਲ ਦੇ ਸਿਧਾਂਤ ਮੁਤਾਬਿਕ ਹਵਾਵਾਂ ਅਤੇ ਹੋਰ ਸੁਤੰਤਰ ਕੁਦਰਤੀ ਵਹਾਅ ਉੱਤਰੀ ਅਰਧ ਗੋਲੇ ਵਿੱਚ ਆਪਣੇ ਸੱਜੇ ਪਾਸੇ ਤੇ ਦੱਖਣੀ ਅਰਧ ਗੋਲੇ ਵਿੱਚ ਆਪਣੇ ਖੱਬੇ ਪਾਸੇ ਘੁੰਮ ਜਾਂਦੇ ਹਨ। ਇਹ ਕੀ ਹੈ? ਠੀਕ। ਵਪਾਰਕ ਪੌਣਾ, ਪੱਛਮੀ ਪੌਣਾ ਅਤੇ ਧਰੁਵੀ ਪੌਣਾ ਤਿੰਨੋਂ ਹੀ ਡੈਸ਼ ਹਨ। ਕਿਹੜੀਆਂ ਹਨ ਇਹ? ਸਥਾਈ ਜਾਂ ਸਦੀਵੀ ਪੌਣਾ ਮੀਨਜ਼ ਪਰਮਾਨੈਂਟ। ਡੈਸ਼ ਦੋਵੇਂ ਅਰਧ ਗੋਲਿਆਂ ਵਿੱਚ 35 ਡਿਗਰੀ ਤੋਂ 60 ਡਿਗਰੀ ਅਕਸ਼ਾਂਸ਼ਾਂ ਵਿਚਕਾਰ ਚੱਲਦੀਆਂ ਹਨ। ਕਿਹੜੀਆਂ ਪੌਣਾ? ਪੱਛਮੀ ਪੌਣਾ। ਜੋ ਪੌਣਾ ਮੌਸਮ ਬਦਲ ਨਾਲ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਹਨ? ਮੌਨਸੂਨ ਪੌਣਾ। ਜਿਵੇਂ ਕਿ ਅਸੀਂ ਉਂਝ ਵੀ ਗੱਲ ਕਰਦੇ ਹਨ ਕਿ ਜਿਹੜੀਆਂ ਹੁਣ ਮੌਨਸੂਨ ਪੌਣਾ ਨੇ ਉਹ ਹੁਣ ਆਉਣ ਵਾਲੀਆਂ ਨੇ। ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ? ਕਿਉਂਕਿ ਜਦੋਂ ਮੌਸਮ ਬਦਲਦਾ ਏ। ਜਲ ਸਮੀਰ, ਥਲ ਸਮੀਰ, ਪਹਾੜ ਤੇ ਵਾਦੀ ਪੌਣਾ, ਫੋਹਨ ਅਤੇ ਚਿਨੂਕ ਪੌਣਾ ਨੂੰ ਕਿਹੜੀਆਂ ਪੌਣਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ? ਸਥਾਨਕ ਪੌਣਾ। ਜਿਹੜੀਆਂ ਪਰਟੀਕੂਲਰ ਕਿਸੇ ਸਥਾਨ 'ਤੇ ਜਾਂ ਕਿਸੇ ਏਰੀਏ ਦੇ ਵਿੱਚ ਚੱਲਦੀਆਂ ਨੇ। ਜਦੋਂ ਦਿਨ ਵੇਲੇ ਸਮੁੰਦਰ ਵੱਲੋਂ ਠੰਡੀ ਹਵਾ ਧਰਤੀ ਵੱਲ ਚੱਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਨੂੰ ਡੈਸ਼ ਕਹਿੰਦੇ ਹਨ? ਜਲ ਸਮੀਰ। ਸਮੁੰਦਰ ਵੱਲੋਂ, ਸਮੁੰਦਰ ਦੇ ਵਿੱਚ ਕੀ ਹੁੰਦਾ ਹੈ? ਪਾਣੀ। ਠੀਕ ਹੈ ਜੀ। ਇਸ ਕਰਕੇ ਜਿਹੜੀ ਸਮੁੰਦਰ ਵੱਲੋਂ ਠੰਡੀ ਹਵਾ ਚੱਲ ਰਹੀ ਹੈ ਉਹਨੂੰ ਅਸੀਂ ਕੀ ਕਹਾਂਗੇ? ਜਲ ਸਮੀਰ। ਸਮੀਰ ਦਾ ਮਤਲਬ ਹੁੰਦਾ ਹੈ ਹਵਾ। ਥਲ ਸਮੀਰ ਪੌਣਾ। ਥਲ ਸਮੀਰ ਵਿੱਚ ਪੌਣਾ ਡੈਸ਼ ਵੱਲ ਚੱਲਦੀਆਂ ਹਨ? ਧਰਤੀ ਤੋਂ ਸਮੁੰਦਰ ਵੱਲ। ਥਲ ਸਮੀਰ ਵਿੱਚ ਮੀਨਸ ਥਲ ਹੋ ਗਿਆ ਧਰਤੀ। ਠੀਕ ਹੈ ਜੀ। ਹੁਣ ਧਰਤੀ ਤੋਂ ਜਿਹੜੀਆਂ ਸਮੁੰਦਰ ਵੱਲ ਚੱਲਦੀਆਂ ਨੇ ਉਹ ਕਿਹੜੀਆਂ ਪੌਣਾ ਹੋ ਜਾਣਗੀਆਂ? ਥਲ ਸਮੀਰ ਪੌਣਾ। ਚੱਕਰਵਾਤ ਦੇ ਅੰਦਰ ਡੈਸ਼ ਵਾਯੂਦਾਬ ਅਤੇ ਬਾਹਰ ਡੈਸ਼ ਵਾਯੂਦਾਬ ਹੁੰਦਾ ਹੈ। ਚੱਕਰਵਾਤ ਦੇ ਅੰਦਰ ਘੱਟ ਅਤੇ ਵਾਯੂਦਾਬ ਅਤੇ ਬਾਹਰ ਵੱਧ ਵਾਯੂਦਾਬ ਹੁੰਦਾ ਹੈ। ਵਾਯੂਮੰਡਲ ਵਿੱਚ ਅਧਿਕ ਜਲ ਕਣਾਂ ਨੂੰ ਕੀ ਕਹਿੰਦੇ ਹਨ? ਅਧਿਕ ਮੀਨਜ਼ ਜਿਹੜੇ ਸਾਨੂੰ ਨਹੀਂ ਦਿਸਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਨਮੀ। ਕਿਸੇ ਥਾਂ ਦੀ ਪੌਣ ਵਿੱਚ ਨਮੀ ਦੀ ਜਿਹੜੀ ਮਾਤਰਾ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਹਨ? ਨਿਰਪੇਖ ਨਮੀ। ਸੰਤ੍ਰਿਪਤ ਹਵਾ ਵਿੱਚ ਹੋਰ ਨਮੀ ਸਮਾਉਣ ਦੀ ਮਾਤਰਾ ਹੁੰਦੀ ਹੈ? ਗਲਤ। ਹੋਰ ਨਮੀ ਉਹ ਨਹੀਂ ਸਮਾ ਸਕਦੀ ਆਪਣੇ ਵਿੱਚ। ਪਾਣੀ ਦੇ ਭਾਫ ਬਣ ਕੇ ਹਵਾ ਵਿੱਚ ਮਿਲਣ ਨੂੰ ਕੀ ਕਹਿੰਦੇ ਹਨ? ਵਾਸ਼ਪੀਕਰਨ। ਡੈਸ਼ ਆਕਾਸ਼ ਉੱਤੇ ਬਹੁਤ ਉੱਚੇ ਛਾਏ ਹੁੰਦੇ ਹਨ, ਹਲਕੇ ਜਿਹੇ ਦਿਸਦੇ ਹਨ ਅਤੇ ਇਹਨਾਂ ਦਾ ਰੰਗ ਚਿੱਟੇ ਖੰਭਾਂ ਵਾਂਗ ਹੁੰਦਾ ਹੈ। ਤਾਂ ਕਿਹੜੇ ਬੱਦਲ ਹੋਣਗੇ? ਤਿੱਤਰ ਖੰਭੀ ਬੱਦਲ। ਜਿੱਥੇ ਸ਼ਬਦ ਖੰਭਾਂ ਆ ਗਿਆ ਉੱਥੇ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਏਗਾ ਕਿ ਤਿੱਤਰ ਖੰਭੀ ਬੱਦਲ। ਜਦੋਂ ਪੌਣਾ ਵਿਚਲੀ ਨਮੀ ਨਿੱਕੀਆਂ ਨਿੱਕੀਆਂ ਬੂੰਦਾਂ ਬਣ ਕੇ ਘਾਹ ਤੇ ਪੱਤਿਆਂ ਆਦਿ ਨਾਲ ਲੱਗ ਜਾਂਦੀ ਹੈ ਤਾਂ ਇਸ ਨੂੰ ਕੀ ਕਹਿੰਦੇ ਹਨ? ਤਰੇਲ। ਜਦੋਂ ਧੁੰਦ ਬਹੁਤ ਸੰਘਣੀ ਹੋ ਜਾਂਦੀ ਹੈ ਤਾਂ ਇਸ ਨੂੰ ਕੀ ਨਾਂ ਦਿੱਤਾ ਜਾਂਦਾ ਹੈ? ਕੱਕਰ ਕਿਹਾ ਜਾਂਦਾ ਹੈ, ਕੋਰਾ ਜਾਂ ਪਾਲਾ। ਇਹ ਜਿੱਥੋਂ ਦੀ ਜਿਹੜੀ ਸਥਾਨਕ ਭਾਸ਼ਾ ਉਹਦੇ ਅਕੋਰਡਿੰਗ ਜਿਹੜੇ ਸ਼ਬਦ ਨੇ ਇਹ ਵਰਤੇ ਜਾਂਦੇ ਨੇ। ਭੂ-ਮੱਧ ਰੇਖਾ ਦੇ ਇਲਾਕਿਆਂ ਵਿੱਚ ਕਿਹੜੀ ਵਰਖਾ ਹੁੰਦੀ ਹੈ?
ਸਵੈਣ ਵਰਖਾ। ਪੰਜਾਬ ਵਿੱਚ ਸਰਦੀਆਂ ਦੀ ਰੁੱਤੇ ਹੁੰਦੀ ਵਰਖਾ ਕਿਸ ਵਰਖਾ ਦੀ ਉਦਾਹਰਨ ਹੈ? ਚੱਕਰਵਾਤੀ ਵਰਖਾ। ਆਮ ਤੌਰ 'ਤੇ ਬੱਦਲ 4 ਕਿਸਮਾਂ ਦੇ ਹੁੰਦੇ ਹਨ: ਤਿੱਤਰਖੰਬੀ, ਕਪਾਹੀ, ਸਤਰੀ ਤੇ ਵਰਖਾ ਬੱਦਲ। ਇਹ ਕੀ ਹੈ? ਠੀਕ। ਸਾਡੀ ਧਰਤੀ ਉੱਪਰ ਡੈਸ਼ ਜਲ ਹੈ। ਕਿੰਨਾ ਜਲ ਹੈ? 71%। ਡੈਸ਼ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਡੂੰਘਾ ਮਹਾਸਾਗਰ ਹੈ? ਸ਼ਾਂਤ ਮਹਾਸਾਗਰ। ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ? ਆਰਕਟਿਕ ਮਹਾਸਾਗਰ। ਖੁੱਲ੍ਹੇ ਸਮੁੰਦਰਾਂ ਵਿੱਚ ਲੂਣ ਦੀ ਮਾਤਰਾ ਡੈਸ਼ ਹੁੰਦੀ ਹੈ? 35%। ਸਭ ਤੋਂ ਵੱਧ ਲੂਣ ਦੀ ਮਾਤਰਾ ਕਿਹੜੇ ਸਾਗਰ ਵਿੱਚ ਹੈ? ਮਿਰਤ ਸਾਗਰ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜੀ ਗਤੀ ਮਹਾਸਾਗਰੀ ਜਲ ਦੀ ਗਤੀ ਨਹੀਂ ਹੈ? ਮਾਨਸੂਨੀ ਪੌਣਾ। ਜਦੋਂ ਸਾਗਰੀ ਜਲ ਕਿਸੇ ਨਿਸ਼ਚਿਤ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸਨੂੰ ਡੈਸ਼ ਕਿਹਾ ਜਾਂਦਾ ਹੈ? ਮਹਾਸਾਗਰੀ ਧਾਰਾ। ਭੂ-ਮੱਧ ਰੇਖਾ ਵੱਲੋਂ ਜਾਣ ਵਾਲੀਆਂ ਧਾਰਾਵਾਂ ਡੈਸ਼ ਹੁੰਦੀਆਂ ਹਨ? ਗਰਮ। ਕਿਉਂਕਿ ਭੂ-ਮੱਧ ਰੇਖਾ 'ਤੇ ਜ਼ਿਆਦਾ ਗਰਮੀ ਪੈਂਦੀ ਹੈ, ਇਸ ਕਰਕੇ ਜਿਹੜੀਆਂ ਧਾਰਾਵਾਂ ਨੇ ਉਹ ਗਰਮ ਹੋਣਗੀਆਂ। ਗਰਮ ਧਾਰਾ ਆਮ ਕਰਕੇ ਸਾਗਰੀ ਪਾਣੀ ਦੇ ਡੈਸ਼ ਚੱਲਦੀ ਹੈ। ਕਿੱਥੇ ਚੱਲਦੀ ਹੈ? ਉੱਪਰ ਦੀ ਚੱਲਦੀ ਹੈ। ਡੈਸ਼ ਦੀ ਗਰਮ ਧਾਰਾ ਮੈਕਸੀਕੋ ਦੀ ਖਾੜੀ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤੱਕ ਪਹੁੰਚਦੀ ਹੈ। ਖਾੜੀ ਦੀ ਗਰਮ ਧਾਰਾ। ਉੱਤਰੀ ਅੰਧ ਮਹਾਸਾਗਰ ਵਿੱਚ ਕਨੇਰੀ ਦੀ ਠੰਡੇ ਪਾਣੀ ਦੀ ਧਾਰਾ ਜਿਹੜੀ ਅਫਰੀਕਾ ਦੇ ਉੱਤਰ ਪੱਛਮੀ ਤੱਟ ਕੋਲੋਂ ਲੰਘਦੀ ਹੈ ਅਤੇ ਭੂ-ਮੱਧ ਰੇਖਾ ਨਾਲ ਮਿਲ ਕੇ ਇੱਕ ਚੱਕਰ ਪੂਰਾ ਕਰਦੀ ਹੈ। ਇਸ ਚੱਕਰ ਦੇ ਵਿਚਾਲੇ ਮਹਾਸਾਗਰ ਦਾ ਜਿਹੜਾ ਭਾਗ ਆ ਜਾਂਦਾ ਹੈ ਉਸਨੂੰ ਕੀ ਕਹਿੰਦੇ ਹਨ? ਸਾਰਾਗਾਸੋ ਸਾਗਰ। ਬ੍ਰਾਜ਼ੀਲ ਦੀ ਧਾਰਾ ਦੇ ਨਾਲ ਕਿਹੜੀ ਧਾਰਾ ਆ ਕੇ ਮਿਲਦੀ ਹੈ? ਫਾਕਲੈਂਡ ਦੀ ਧਾਰਾ। ਕਿਹੜੀ ਧਾਰਾ ਦੱਖਣੀ ਅੰਧ ਮਹਾਸਾਗਰੀ ਚੱਕਰ ਵਿੱਚ ਸ਼ਾਮਿਲ ਨਹੀਂ ਹੈ? ਪੇਰੂ ਦੀ ਧਾਰਾ। ਕੁਰਸ਼ੀਵੋ ਦੀ ਗਰਮ ਧਾਰਾ ਦੇ ਨਾਲ ਕਾਮਚਟਕਾ ਦੀ ਠੰਡੀ ਧਾਰਾ ਆ ਕੇ ਮਿਲਦੀ ਹੈ? ਠੀਕ। ਹਿੰਦ ਮਹਾਸਾਗਰ ਦੀ ਧਾਰਾ ਦਾ ਨਾਂ ਦੱਸੋ? ਮੋਜ਼ੰਬੀਕ ਦੀ ਧਾਰਾ। ਜਦੋਂ ਕਿਸੇ ਸਥਾਨ 'ਤੇ ਗਰਮ ਅਤੇ ਠੰਡੀਆਂ ਧਾਰਾਵਾਂ ਰਲਦੀਆਂ ਹੋਣ ਤਾਂ ਉੱਥੇ ਪਾਣੀ ਵਿੱਚ ਪਲੈਂਕਟਨ ਨਾਮ ਦਾ ਪਦਾਰਥ ਬਣਦਾ ਹੈ ਜੋ ਡੈਸ਼ ਦਾ ਭੋਜਨ ਹੁੰਦਾ ਹੈ। ਕਿਹਦਾ ਭੋਜਨ ਹੁੰਦਾ ਹੈ? ਮੱਛੀਆਂ ਦਾ। ਪਲੈਂਕਟਨ ਨਾਮ ਦਾ ਪਦਾਰਥ। ਸਾਗਰ ਦਾ ਪਾਣੀ ਬੜੇ ਨੇਮ ਨਾਲ ਦਿਨ ਵਿੱਚ 2 ਵਾਰ ਚੜ੍ਹਦਾ ਹੈ ਅਤੇ 2 ਹੀ ਵਾਰ ਉਤਰਦਾ ਹੈ? ਠੀਕ। ਜਦੋਂ ਸਾਗਰ ਦਾ ਪਾਣੀ ਚੜ੍ਹਦਾ ਹੈ ਤਾਂ ਉਸਨੂੰ ਡੈਸ਼ ਕਿਹਾ ਜਾਂਦਾ ਹੈ? ਜਵਾਰ। ਜਵਾਰ ਭਾਟਾ ਜਿੱਦਾਂ ਅਸੀਂ ਗੱਲ ਕਰਦੇ ਹਾਂ। ਮੱਸਿਆ ਤੇ ਪੁੰਨਿਆ ਸਮੇਂ ਸੂਰਜ, ਚੰਨ ਤੇ ਪ੍ਰਿਥਵੀ ਇੱਕ ਸੇਧ ਵਿੱਚ ਆ ਜਾਂਦੇ ਹਨ ਜਿਸ ਕਰਕੇ ਡੈਸ਼ ਆਉਂਦਾ ਹੈ? ਵੱਡਾ ਜਵਾਰ ਭਾਟਾ। ਡੈਸ਼ ਟੇਮਸ ਨਦੀ ਦੇ ਕੰਢੇ ਉੱਪਰ ਹੈ? ਲੰਡਨ ਬੰਦਰਗਾਹ। ਸੁਨਾਮੀ ਇੱਕ ਡੈਸ਼ ਸ਼ਬਦ ਹੈ ਜਿਸ ਦਾ ਅਰਥ ਸਮੁੰਦਰ ਦੇ ਕੰਢਿਆਂ 'ਤੇ ਟਕਰਾਉਣ ਵਾਲੀਆਂ ਲੰਮੀਆਂ ਉੱਚੀਆਂ ਸਮੁੰਦਰੀ ਛਾਲਾਂ ਤੋਂ ਹੈ। ਸੁਨਾਮੀ ਇੱਕ ਜਾਪਾਨੀ ਸ਼ਬਦ ਹੈ। ਵਣ ਮਾਰੂਥਲਾਂ ਦੇ ਫੈਲਾਅ ਨੂੰ ਰੋਕਦੇ ਹਨ ਅਤੇ ਜੰਗਲੀ ਜਾਨਵਰਾਂ ਤੇ ਪੰਛੀਆਂ ਨੂੰ ਆਵਾਸ ਪ੍ਰਦਾਨ ਕਰਦੇ ਹਨ? ਠੀਕ। ਭੂ-ਮੱਧ ਰੇਖਾ ਦੇ 10 ਡਿਗਰੀ ਉੱਤਰ ਅਤੇ 10 ਡਿਗਰੀ ਦੱਖਣ ਤੱਕ ਦੇ ਖੇਤਰ ਵਾਲੇ ਵਣਾਂ ਨੂੰ ਡੈਸ਼ ਆਖਦੇ ਹਨ? ਸਦਾਬਹਾਰ ਸੰਘਣੇ ਜੰਗਲ। ਦੱਖਣੀ ਅਮਰੀਕਾ ਵਿੱਚ ਬ੍ਰਾਜ਼ੀਲ ਦੇ ਅਮੇਜ਼ਨ ਬੇਸਿਨ ਵਿੱਚ ਭੂ-ਮੱਧ ਰੇਖੀ ਵਣਾਂ ਨੂੰ ਸੈਲਵਾਜ ਆਖਦੇ ਹਨ? ਸਹੀ ਹੈ ਇਹ। ਡੈਸ਼ ਉਪ ਓਸ਼ਨ ਅਕਸ਼ਾਂਸ਼ਾਂ ਵਿੱਚ ਪੈਦਾ ਹੁੰਦੇ ਹਨ? ਮਾਨਸੂਨੀ ਜਾਂ ਪਤਝੜੀ ਵਣ। ਮਾਨਸੂਨੀ ਵੀ ਕਿਹਾ ਜਾਂਦਾ ਹੈ ਇਹਨੂੰ, ਪਤਝੜੀ ਵੀ ਕਿਹਾ ਜਾਂਦਾ ਹੈ। ਨੁਕੀਲੇ ਪੱਤਿਆਂ ਵਾਲੇ ਵਣਾਂ ਨੂੰ ਯੂਰੇਸ਼ੀਆ ਵਿੱਚ ਟੈਗਾ ਦਾ ਨਾਂ ਦਿੱਤਾ ਜਾਂਦਾ ਹੈ? ਠੀਕ। ਭਾਰਤ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਭਗ ਡੈਸ਼ ਰਾਸ਼ਟਰੀ ਪਾਰਕ ਹਨ? 20। ਊਸ਼ਣ ਘਾਹ ਦੇ ਮੈਦਾਨ 20 ਤੋਂ 30 ਡਿਗਰੀ ਅਕਸ਼ਾਂਸ਼ਾਂ 'ਤੇ ਉੱਤਰੀ ਅਤੇ ਦੱਖਣੀ ਅਰਧ ਗੋਲਿਆਂ ਵਿੱਚ ਪਾਏ ਜਾਂਦੇ ਹਨ? ਇਹ ਵੀ ਠੀਕ ਹੈ। ਊਸ਼ਣ ਘਾਹ ਦੇ ਮੈਦਾਨਾਂ ਨੂੰ ਸਵਾਨਾ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ? ਠੀਕ। ਊਸ਼ਣ ਘਾਹ ਦੇ ਮੈਦਾਨਾਂ ਨੂੰ ਅਫਰੀਕਾ ਵਿੱਚ ਪਾਰਕਲੈਂਡ, ਵੈਨਜ਼ੂਏਲਾ ਵਿੱਚ ਲਾਨੇਜ ਅਤੇ ਬ੍ਰਾਜ਼ੀਲ ਵਿੱਚ ਕੰਪੋਜ਼ ਕਹਿੰਦੇ ਹਨ? ਇਹ ਵੀ ਠੀਕ ਹੈ। ਯੂਰੇਸ਼ੀਆ ਵਿੱਚ ਪਾਏ ਜਾਣ ਵਾਲੇ ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਨੂੰ ਡੈਸ਼ ਕਿਹਾ ਜਾਂਦਾ ਹੈ? ਸਟੈਪੀਜ਼।
ਦੱਖਣੀ ਅਮਰੀਕਾ ਵਿੱਚ ਪਾਏ ਜਾਣ ਵਾਲੇ ਸ਼ੀਤ ਊਸ਼ਨ ਘਾਹ ਦੇ ਮੈਦਾਨਾਂ ਨੂੰ ਡੈਸ਼ ਕਿਹਾ ਜਾਂਦਾ ਹੈ, ਪੰਪਾਜ਼। ਅਫਰੀਕਾ ਵਿੱਚ ਸਹਾਰਾ ਅਤੇ ਕਾਲਾਹਾਰੀ ਮਾਰੂਥਲ ਹਨ, ਠੀਕ। ਦੱਖਣੀ ਅਮਰੀਕਾ ਵਿੱਚ ਸਥਿਤ ਮਾਰੂਥਲ ਦਾ ਨਾਂ ਹੈ ਐਟੇਕਾਮਾ। ਪੰਜਾਬ ਵਿੱਚ ਸਥਿਤ ਜੀਵਾਂ ਅਤੇ ਪੰਛੀਆਂ ਲਈ ਰਾਖਵੇਂ ਕੇਂਦਰ ਦਾ ਨਾਂ ਹੈ ਛੱਤਬੀੜ। ਤਕਨੀਕ ਦੇ ਵਿਕਾਸ ਕਾਰਨ ਅੱਜ ਪੂਰਾ ਸੰਸਾਰ ਇੱਕ ਗਲੋਬਲ ਪਿੰਡ ਵਾਂਗ ਬਣ ਗਿਆ ਹੈ। ਇਹ ਵੀ ਕਿਹੜੀ ਸਟੇਟਮੈਂਟ ਹੈ? ਠੀਕ ਹੈ। ਸੋਵੀਅਤ ਯੂਨੀਅਨ ਦੇ ਰੇਲ ਮਾਰਗ ਲੈਨਿਨਗਰਾਦ ਨੂੰ ਵਲਾਡੀਵਾਸਤਕ ਨਾਲ ਜੋੜਦੇ ਹਨ, ਜਿਸ ਨੂੰ ਟਰਾਂਸ ਸਾਈਬੇਰੀਅਨ ਰੇਲਵੇ ਆਖਿਆ ਜਾਂਦਾ ਹੈ, ਜੋ ਕਿ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ। ਇਹ ਵੀ ਠੀਕ ਹੈ ਸਟੇਟਮੈਂਟ। ਜਾਪਾਨ ਦੀ ਬੁਲਟ ਰੇਲ ਗੱਡੀ ਡੈਸ਼ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਹੈ, 500 ਕਿਲੋਮੀਟਰ। ਕਿਹੜੇ ਸਮੁੰਦਰੀ ਮਾਰਗ 'ਤੇ ਸੰਸਾਰ ਦਾ ਸਭ ਤੋਂ ਵੱਧ ਵਪਾਰ ਹੁੰਦਾ ਹੈ? ਉੱਤਰੀ ਅੰਧ ਮਹਾਸਾਗਰ ਮਾਰਗ 'ਤੇ। ਪੱਛਮੀ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਨੂੰ ਮਿਲਾਉਣ ਵਾਲੇ ਮਾਰਗ ਦਾ ਨਾਂ ਹੈ ਉੱਤਰੀ ਅੰਧ ਮਹਾਸਾਗਰ ਮਾਰਗ। ਡੈਸ਼ ਉੱਤਰ ਅਤੇ ਦੱਖਣੀ ਅਮਰੀਕਾ ਨੂੰ ਏਸ਼ੀਆ ਅਤੇ ਆਸਟ੍ਰੇਲੀਆ ਨਾਲ ਮਿਲਾਉਂਦਾ ਹੈ, ਸ਼ਾਂਤ ਮਹਾਸਾਗਰ ਮਾਰਗ। ਭੂ-ਮੱਧ ਸਾਗਰ ਅਤੇ ਲਾਲ ਸਾਗਰ ਨੂੰ ਮਿਲਾਉਣ ਵਾਲੀ ਨਹਿਰ ਦਾ ਨਾਂ ਦੱਸੋ? ਸਵੇਜ਼ ਨਹਿਰ। ਡੈਸ਼ ਮਹਾਸਾਗਰ ਅਤੇ ਸ਼ਾਂਤ ਮਹਾਸਾਗਰ ਨੂੰ ਮਿਲਾਉਂਦੀ ਹੈ, ਪਨਾਮਾ ਨਹਿਰ। ਹਵਾਈ ਜਹਾਜ਼ ਦੀ ਖੋਜ ਰਾਈਟ ਬ੍ਰਦਰਜ਼ ਨੇ ਸੰਨ ਡੈਸ਼ ਵਿੱਚ ਕੀਤੀ, 1903। ਡੈਸ਼ ਸਭ ਤੋਂ ਤੇਜ਼ ਚੱਲਣ ਵਾਲਾ ਆਵਾਜਾਈ ਦਾ ਸਾਧਨ ਹੈ, ਵਾਯੂ ਮਾਰਗ। ਪੰਜਾਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਕਿਸ ਨੂੰ ਪ੍ਰਦਾਨ ਕੀਤਾ ਗਿਆ ਹੈ? ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਨੂੰ। ਪਾਈਪਲਾਈਨਜ਼ ਰਾਹੀਂ ਤੇਲ, ਗੈਸ ਅਤੇ ਇਲੈਕਟ੍ਰਿਕ ਗ੍ਰਿਡ ਰਾਹੀਂ ਬਿਜਲੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਈ ਜਾਂਦੀ ਹੈ, ਇਹ ਵੀ ਠੀਕ ਹੈ। ਡੈਸ਼ ਦੀ ਖੋਜ ਵਾਸਕੋ ਡੀ ਗਾਮਾ ਨੇ ਸੰਨ 1498 ਈਸਵੀ ਵਿੱਚ ਕੀਤੀ, ਕੇਪ ਮਾਰਗ ਦੀ। ਭਾਰਤ ਵਿੱਚ ਗੰਗਾ ਅਤੇ ਬ੍ਰਹਮਪੁੱਤਰ ਦਰਿਆ ਅੰਦਰੂਨੀ ਜਲ ਮਾਰਗ ਦਾ ਕੰਮ ਕਰਦੇ ਹਨ, ਇਹ ਵੀ ਠੀਕ ਹੈ ਸਟੇਟਮੈਂਟ। ਮਾਰੂਥਲਾਂ ਨੇ ਧਰਤੀ ਦੇ ਠੋਸ ਭਾਗ ਦਾ ਡੈਸ਼ ਮੱਲਿਆ ਹੋਇਆ ਹੈ, ਕਿੰਨਾ ਭਾਗ? 1/7 ਭਾਗ। ਡੈਸ਼ ਆਮ ਕਰਕੇ ਭੂ-ਮੱਧ ਰੇਖਾ ਦੇ 23.5 ਡਿਗਰੀ ਉੱਤਰ ਅਤੇ ਦੱਖਣ ਦੋਵਾਂ ਅਰਧ ਗੋਲਿਆਂ ਵਿੱਚ ਮਹਾਦੀਪਾਂ ਦੇ ਪੱਛਮ ਵਿੱਚ ਸਥਿਤ ਹਨ। ਗਰਮ ਮਾਰੂਥਲ ਕਿੱਥੇ ਸਥਿਤ ਹਨ? ਭੂ-ਮੱਧ ਰੇਖਾ ਦੇ 23.5 ਡਿਗਰੀ ਉੱਤਰ ਅਤੇ ਦੱਖਣ ਦੋਵਾਂ ਅਰਧ ਗੋਲਿਆਂ ਵਿੱਚ। ਦੱਖਣੀ ਅਰਧ ਗੋਲੇ ਦਾ ਗਰਮ ਮਾਰੂਥਲ ਕਿਹੜਾ ਹੈ? ਐਟੇਕਾਮਾ। ਡੈਸ਼ ਲਾਲ ਸਾਗਰ ਤੋਂ ਅੰਧ ਮਹਾਸਾਗਰ ਤੱਕ ਫੈਲਿਆ ਹੋਇਆ ਹੈ, ਸਹਾਰਾ ਮਾਰੂਥਲ। ਸਹਾਰਾ ਮਾਰੂਥਲ 5600 ਕਿਲੋਮੀਟਰ ਲੰਬਾ ਅਤੇ 2000 ਕਿਲੋਮੀਟਰ ਚੌੜਾ ਹੈ, ਇਹ ਵੀ ਸਟੇਟਮੈਂਟ ਠੀਕ ਹੈ। ਸੰਸਾਰ ਦਾ ਉੱਚਤਮ ਤਾਪਮਾਨ 58 ਡਿਗਰੀ ਸੈਲਸੀਅਸ ਸਹਾਰਾ ਦੇ ਅਜੀਜੀਆ ਸਥਾਨ 'ਤੇ ਮਾਪਿਆ ਗਿਆ ਹੈ, ਇਹ ਵੀ ਠੀਕ ਹੈ, ਕਿਉਂਕਿ ਉੱਥੇ ਜ਼ਿਆਦਾ ਗਰਮੀ ਪੈਂਦੀ ਹੈ। ਮਾਰੂਥਲਾਂ ਵਿੱਚ ਸਥਿਤ ਜਲ ਬਿੰਦੂਆਂ ਜਲ ਸੋਮਿਆਂ ਨੂੰ ਅਖਲਿਸਤਾਨ ਆਖਦੇ ਹਨ, ਇਹ ਸਟੇਟਮੈਂਟ ਵੀ ਠੀਕ ਹੈ। ਮਾਰੂਥਲਾਂ ਵਿੱਚ ਲੰਬੇ ਸਫ਼ਰ ਲਈ ਲੋਕ ਪਾਣੀ ਵਾਸਤੇ ਕੂਨਾ ਨਾਂ ਦੀ ਛੋਟੀ ਮਸ਼ਕ ਦਾ ਪ੍ਰਯੋਗ ਕਰਦੇ ਹਨ, ਜਿਸ ਵਿੱਚ ਪਾਣੀ ਠੰਡਾ ਰਹਿੰਦਾ ਹੈ, ਜੋ ਕਿ ਬੱਕਰੀ ਜਾਂ ਊਠ ਦੀ ਖੱਲ ਤੋਂ ਬਣੀ ਹੁੰਦੀ ਹੈ, ਇਹ ਸਟੇਟਮੈਂਟ ਵੀ ਠੀਕ ਹੈ, ਕਿਉਂਕਿ ਇੱਥੇ ਨਹੀਂ ਪਾਣੀ ਜਲਦੀ ਗਰਮ ਹੋ ਜਾਏਗਾ ਅਤੇ ਜਿਹੜੀ ਇਹ ਮਸ਼ਕ ਬਣੀ ਹੁੰਦੀ ਹੈ ਖੱਲ ਤੋਂ, ਉਹਦੇ ਵਿੱਚ ਪਾਣੀ ਠੰਡਾ ਰਹਿੰਦਾ ਹੈ। ਕਿਹੜੇ ਜਾਨਵਰ ਨੂੰ ਮਾਰੂਥਲ ਦਾ ਜਹਾਜ਼ ਆਖਿਆ ਜਾਂਦਾ ਹੈ? ਊਠ ਨੂੰ। ਲਦਾਖ ਨੂੰ ਡੈਸ਼ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਪਹੁੰਚਣਾ ਆਸਾਨ ਨਹੀਂ ਹੈ। ਚੰਦ ਧਰਤੀ, ਕਿਉਂਕਿ ਚੰਦ ਦੇ ਉੱਪਰ ਜਿਹੜਾ ਪਹੁੰਚਣਾ ਇਹ ਬਹੁਤ ਮੁਸ਼ਕਿਲ ਹੈ। ਲਦਾਖ ਨੂੰ ਜਾਣ ਲਈ ਕਾਰਾਕੋਰਮ ਅਤੇ ਜੋਜੀਲਾ ਮੁੱਖ ਦਰੇ ਹਨ, ਇਹ ਵੀ ਠੀਕ ਹੈ ਸਟੇਟਮੈਂਟ। ਦੁਨੀਆ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ? ਨੀਲ ਦਰਿਆ। ਬ੍ਰਹਮਪੁੱਤਰ ਦੇ ਮੈਦਾਨ ਵਿੱਚ ਵਧੇਰੇ ਕਰਕੇ ਡੈਸ਼ ਰਾਜ ਆਉਂਦਾ ਹੈ। ਬ੍ਰਹਮਪੁੱਤਰ ਦੇ ਮੈਦਾਨ ਵਿੱਚ ਕਿਹੜਾ ਰਾਜ ਆਉਂਦਾ? ਆਪਣਾ ਅਸਾਮ। ਗੰਗਾ ਦੇ ਮੈਦਾਨ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜ ਆਉਂਦੇ ਹਨ, ਇਹ ਵੀ ਠੀਕ ਹੈ। ਸੰਸਾਰ ਦੇ ਉਪ ਊਸ਼ਨ ਖੇਤਰ ਭੂ-ਮੱਧ ਰੇਖਾ ਦੇ 23.5 ਡਿਗਰੀ ਉੱਤਰ ਕਰਕ ਰੇਖਾ ਅਤੇ 23.5 ਡਿਗਰੀ ਦੱਖਣ ਮਕਰ ਰੇਖਾ ਤੱਕ ਫੈਲੇ ਹਨ, ਇਹ ਵੀ ਠੀਕ ਹੈ।
ਜਿਹੜੇ ਠੀਕ ਵਾਲੇ ਸਟੇਟਮੈਂਟਸ ਤੁਹਾਨੂੰ ਮੈਂ ਇੱਥੇ ਦੱਸ ਰਹੀ ਹਾਂ, ਕਿਉਂਕਿ ਕਈ ਵਾਰ 4 ਸਾਡੇ ਕੋਲ ਆਪਸ਼ਨ ਦਿੱਤੀਆਂ ਹੁੰਦੀਆਂ ਨੇ, ਉਹਦੇ ਵਿੱਚ ਪੁੱਛਿਆ ਜਾਂਦਾ ਕਿ ਕਿਹੜੀ ਸਟੇਟਮੈਂਟ ਇਹਦੇ ਵਿੱਚੋਂ ਠੀਕ ਹੈ। ਨੈਕਸਟ ਕੁਐਸਚਨ, ਗੰਗਾ ਬ੍ਰਹਮਪੁੱਤਰ ਸਾਂਝਾ ਡੈਲਟਾ ਬਣਾਉਂਦੇ ਹਨ ਜੋ ਡੈਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸੁੰਦਰਬਨ ਦੇ ਨਾਮ ਨਾਲ। ਉੱਤਰੀ ਅਮਰੀਕਾ ਵਿੱਚ ਸਥਿਤ ਘਾਹ ਦੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰੇਅਰੀਜ਼। ਦੱਖਣੀ ਅਮਰੀਕਾ ਵਿੱਚ ਪਾਏ ਜਾਣ ਵਾਲੇ ਸ਼ੀਤ ਊਸ਼ਨ ਘਾਹ ਦੇ ਮੈਦਾਨਾਂ ਨੂੰ ਡੈਸ਼ ਆਖਿਆ ਜਾਂਦਾ ਹੈ, ਪੰਪਾਜ਼। ਮਰੇ ਡਾਰਲਿੰਗ ਘਾਹ ਦੇ ਮੈਦਾਨ ਸੰਸਾਰ ਦੇ ਕਿਹੜੇ ਸ਼ੀਤ ਊਸ਼ਨ ਖੇਤਰ ਵਿੱਚ ਪਾਏ ਜਾਂਦੇ ਹਨ? ਆਸਟ੍ਰੇਲੀਆ। ਦੱਖਣੀ ਅਫਰੀਕਾ ਦੇ ਜੋਹਨਸਬਰਗ ਦੇ ਨੇੜੇ ਖਾਣਾ ਵਿੱਚੋਂ ਡੈਸ਼ ਕੱਢਿਆ ਜਾਂਦਾ ਹੈ, ਕੀ ਕੱਢਿਆ ਜਾਂਦਾ ਹੈ? ਸੋਨਾ। ਹੜੱਪਾ ਅਤੇ ਮੋਹਨਜੋਦੜੋ ਸਿੰਧੂ ਘਾਟੀ ਦੇ ਲੋਕਾਂ ਦੇ ਰਾਜਧਾਨੀ ਨਗਰ ਸਨ, ਇਹ ਵੀ ਠੀਕ ਹੈ। ਇੱਕ ਅਜਿਹਾ ਸੰਘ ਜਿਸ ਦੇ ਸਾਰੇ ਵਪਾਰੀ ਮੈਂਬਰ ਇੱਕੋ ਜਿਹਾ ਕਿੱਤਾ ਕਰਦੇ ਹੋਣ ਨੂੰ ਕੀ ਕਹਿੰਦੇ ਹਨ? ਗਿਲਡ। ਸੂਰਤ ਕਿੱਥੇ ਸਥਿਤ ਹੈ? ਗੁਜਰਾਤ ਵਿੱਚ। ਨਨਕਾਣਾ ਸਾਹਿਬ, ਅੰਮ੍ਰਿਤਸਰ, ਕੁਰੂਕਸ਼ੇਤਰ, ਜਗਨਨਾਥਪੁਰੀ ਅਤੇ ਦਵਾਰਕਾਪੁਰੀ ਆਦਿ ਪ੍ਰਸਿੱਧ ਹਨ। ਕੀ ਹਨ ਇਹ ਪ੍ਰਸਿੱਧ ਸਾਡੇ ਤੀਰਥ ਸਥਾਨ? ਗੋਆ, ਕੋਚੀਨ, ਸੂਰਤ, ਭਰੂਚ, ਸੋਪਾਰਾ ਆਦਿ ਡੈਸ਼ ਸਥਾਪਿਤ ਹਨ, ਇਹ ਨੇ ਬੰਦਰਗਾਹ ਨਗਰ। ਡੈਸ਼ ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਅਧਿਕਾਰ ਕਰ ਲਿਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ 1799 ਦੇ ਵਿੱਚ। ਅੰਗਰੇਜ਼ਾਂ ਨੇ ਲਾਹੌਰ ਉੱਤੇ ਅਧਿਕਾਰ ਕਦੋਂ ਕੀਤਾ? 1849 ਈਸਵੀ ਵਿੱਚ। ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਗੁਰੂ ਸਾਹਿਬ ਦੁਆਰਾ ਰੱਖੀ ਗਈ ਸੀ? ਗੁਰੂ ਰਾਮਦਾਸ ਜੀ ਦੁਆਰਾ। ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਡੈਸ਼ ਈਸਵੀ ਵਿੱਚ ਹੋਇਆ ਸੀ? 1604 ਈਸਵੀ ਵਿੱਚ। 1609 ਈਸਵੀ ਵਿੱਚ ਹਰਿਮੰਦਰ ਸਾਹਿਬ ਦੇ ਨੇੜੇ ਸ਼੍ਰੀ ਅਕਾਲ ਤਖਤ ਦੀ ਸਥਾਪਨਾ ਡੈਸ਼ ਜੀ ਦੁਆਰਾ ਕਰਵਾਈ ਗਈ? ਸ਼੍ਰੀ ਗੁਰੂ ਹਰਗੋਬਿੰਦ ਜੀ ਦੁਆਰਾ। ਨਨਕਾਣਾ ਸਾਹਿਬ ਡੈਸ਼ ਵਿੱਚ ਸਥਿਤ ਹੈ? ਪਾਕਿਸਤਾਨ। ਸੂਰਤ ਇੱਕ ਡੈਸ਼ ਹੈ, ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ ਹੈ ਇਹ। ਅਕਬਰ ਨੇ ਸੂਰਤ 'ਤੇ ਅਧਿਕਾਰ ਕਦੋਂ ਕੀਤਾ? 1573 ਈਸਵੀ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਨਗਰ ਦੱਖਣੀ ਭਾਰਤ ਦੀ ਰਾਜਧਾਨੀ ਨਗਰ ਸੀ? ਮਦੁਰਾਈ। ਤੁਸੀਂ ਸਿਰਫ ਇੰਨਾ ਹੀ ਪੜ੍ਹ ਸਕਦੇ ਹੋ ਵੀ ਕਿਹੜਾ ਨਗਰ ਦੱਖਣੀ ਭਾਰਤ ਦੀ ਰਾਜਧਾਨੀ ਨਗਰ ਸੀ? ਮਦੁਰਾਈ। ਵਿਲੀਅਮ ਬਾਫਿਨ ਅਤੇ ਸਰ ਥਾਮਸ ਰॉ ਦੁਆਰਾ ਤਿਆਰ ਕੀਤੇ ਗਏ ਨਕਸ਼ਿਆਂ ਤੋਂ ਡੈਸ਼ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ? ਮੁਗਲ ਰਾਜ ਦੇ ਪ੍ਰਬੰਧ ਬਾਰੇ। ਅਜੋਕੇ ਬਿਹਾਰ ਅਤੇ ਝਾਰਖੰਡ ਇਲਾਕਿਆਂ ਵਿੱਚ ਰਹਿਣ ਵਾਲੇ ਪ੍ਰਮੁੱਖ ਕਬੀਲਿਆਂ ਦੇ ਨਾਮ ਮੁੰਡਾ ਅਤੇ ਸੰਥਾਲ ਸਨ, ਇਹ ਸਟੇਟਮੈਂਟ ਵੀ ਠੀਕ ਹੈ। ਅਜੋਕੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ ਡੈਸ਼ ਕਬੀਲੇ ਦੇ ਲੋਕ ਰਹਿੰਦੇ ਹਨ? ਗੋਂਡ ਕਬੀਲੇ ਦੇ। ਅਹੋਮ ਕਬੀਲੇ ਦੇ ਲੋਕ 13ਵੀਂ ਸਦੀ ਵਿੱਚ ਡੈਸ਼ ਤੋਂ ਅਹੋਮ ਅਸਾਮ ਆਏ। ਅਸਾਮ ਦਾ ਨਾਂ ਪਹਿਲਾਂ ਸੀ ਅਹੋਮ, ਚੀਨ ਤੋਂ। ਡੈਸ਼ ਅਹੋਮ ਵੰਸ਼ ਦਾ ਪਹਿਲਾ ਸ਼ਾਸਕ ਸੀ? ਸੁਫਾਕਾ। ਅਹੋਮ ਕਬੀਲੇ ਨੇ ਆਪਣੇ ਰਾਜ ਅਜੋਕੇ ਡੈਸ਼ ਦੇ ਇਲਾਕਿਆਂ ਵਿੱਚ ਸਥਾਪਿਤ ਕੀਤਾ ਸੀ, ਅਸਾਮ ਦੇ ਇਲਾਕਿਆਂ ਵਿੱਚ। 15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਡੈਸ਼ ਇੱਕ ਖੁਸ਼ਹਾਲ ਰਾਜ ਸੀ, ਗੋਂਡਵਾਨਾ। ਪੱਛਮੀ ਉੜੀਸਾ, ਪੂਰਬੀ ਮਹਾਸਾਗਰ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਦਿ ਪ੍ਰਾਂਤਾਂ ਵਿੱਚ ਗੋਂਡ ਲੋਕਾਂ ਦੀ ਕਾਫੀ ਗਿਣਤੀ ਹੋਣ ਕਰਕੇ ਇਸ ਇਲਾਕੇ ਨੂੰ ਗੋਂਡਵਾਨਾ ਕਿਹਾ ਜਾਂਦਾ ਸੀ, ਇਹ ਵੀ ਸਟੇਟਮੈਂਟ ਠੀਕ ਹੈ। ਰਾਣੀ ਦੁਰਗਾਵਤੀ ਇੱਕ ਪ੍ਰਸਿੱਧ ਡੈਸ਼ ਸੀ, ਗੋਂਡ ਸ਼ਾਸਕ ਸੀ। ਪੰਜਾਬ ਦੇ ਕਈ ਭਾਗਾਂ ਵਿੱਚ ਖੋਖਰ, ਗਖਰ, ਲੰਗਾਹ, ਅਰਘੂਨ ਅਤੇ ਬਲੋਚ ਆਦਿ ਕਬੀਲੇ ਰਹਿੰਦੇ ਸਨ, ਇਹ ਵੀ ਸਟੇਟਮੈਂਟ ਠੀਕ ਹੈ। ਕਈ ਪਰਿਵਾਰਾਂ ਜਾਂ ਘਰਾਂ ਦੇ ਸਮੂਹ ਨੂੰ ਕੁਲ ਕਿਹਾ ਜਾਂਦਾ ਹੈ, ਜਿਹੜਾ ਇੱਕ ਹੀ ਪੂਰਵਜ ਦੀ ਸੰਤਾਨ ਹੁੰਦਾ ਹੈ, ਇਹ ਵੀ ਸਟੇਟਮੈਂਟ ਠੀਕ ਹੈ। ਇਸਲਾਮ ਧਰਮ ਦੇ ਮੋਢੀ ਹਜ਼ਰਤ ਮੁਹੰਮਦ ਦਾ ਜਨਮ 570 ਈਸਵੀ ਵਿੱਚ ਡੈਸ਼ ਵਿੱਚ ਹੋਇਆ? ਮੱਕੇ। ਇੱਕ ਨਵੇਂ ਧਰਮ ਦੀਨ ਇਲਾਹੀ ਦੀ ਸਥਾਪਨਾ ਕਿਸਨੇ ਕੀਤੀ ਸੀ? ਅਕਬਰ ਨੇ। ਅਦਵੈਤ ਦਾ ਅਰਥ ਹੈ ਪਰਮਾਤਮਾ ਅਤੇ ਜੀਵ ਆਤਮਾ ਦੋਵੇਂ ਇੱਕੋ ਹੀ ਹਨ, ਅਦਵੈਤ ਦਾ ਮੀਨਿੰਗ ਹੈ ਇਹ। ਡੈਸ਼ ਧਰਮ ਦੀਆਂ ਦੋ ਪ੍ਰਮੁੱਖ ਸੰਪਰਦਾਵਾਂ ਦੇ ਨਾਂ ਉਲਮਾ ਅਤੇ ਸੂਫੀ ਹਨ। ਇਸਲਾਮ ਧਰਮ ਦੀਆਂ ਦੋ ਪ੍ਰਮੁੱਖ ਸੰਪਰਦਾਵਾਂ ਦੇ ਨਾਂ ਉਲਮਾ ਅਤੇ ਸੂਫੀ ਹਨ। ਸੂਫੀ ਮਤ ਦੇ ਦੋ ਪ੍ਰਸਿੱਧ ਸਿਲਸਿਲੇ ਚਿਸ਼ਤੀ ਅਤੇ ਸੁਹਰਾਵਾਦੀ ਬਹੁਤ ਮਹੱਤਵਪੂਰਨ ਹਨ, ਇਹ ਸਟੇਟਮੈਂਟ ਠੀਕ ਹੈ।
चिश्ती सिलसिले के संस्थापक डैश सन। हजरत ख्वाजा मोइनुद्दीन चिश्ती। मखदूम बहाउद्दीन जकरिया ने मुल्तान विच सोहरावर्दी सिलसिले की नींह रखी। ये स्टेटमेंट भी ठीक है। चैतन्य महाप्रभु कौन सन? श्री कृष्ण जी की पूजा करन वाले बंगाल के प्रसिद्ध संत। वैष्णव मत के अनुयायी भगवान विष्णु जी के अवतार श्री रामचंद्र जी और श्री कृष्ण जी की पूजा करते सन। ये स्टेटमेंट भी ठीक है। भारत विच डैश ने 9वीं सदी विच शैव मत की स्थापना की। शंकराचार्य ने। संत रामानुज जी दक्षिणी भारत विच वैष्णव मत के महान प्रचारक सन। वो एक तमिल ब्राह्मण सन। ये स्टेटमेंट भी ठीक है। संत डैश जी का जन्म इलाहाबाद विखे एक ब्राह्मण परिवार विच होया। संत रामानंद जी का। संत नामदेव जी डैश के सब तो प्रसिद्ध संत सन महाराष्ट्र के। संत रविदास जी का जन्म बनारस विच होया सी। ये स्टेटमेंट ठीक है। महान भगती संत चैतन्य महाप्रभु जी का जन्म 1486 ईस्वी विच बंगाल के नादिया पिंड विच होया। ये स्टेटमेंट भी ठीक है। ये देखो 2-3 क्वेश्चन बन सकते हैं भी चैतन्य महाप्रभु कौन सी, ठीक है, तुसीं दस सकते हो भी महान भगती संत सी। उन्हों का जन्म एक अगला क्वेश्चन हो गया कित्थे होया? बंगाल के नादिया पिंड विच। श्री गुरु नानक देव जी का जन्म 15 अप्रैल 1469 ईस्वी विच रायभोज की तलवंडी विखे होया, जिसनों अजकल डैश कहा जाता है ननकाना साहिब। संत कबीर डैश के अनुयायी सन। भगती लहर दे। ख्वाजा मोइनुद्दीन का जन्म डैश विच होया, मध्य एशिया विच। डैश ने खालसा पंथ की स्थापना 1699 ईस्वी विच की। श्री गुरु गोबिंद सिंह जी ने। निजामुद्दीन औलिया की दरगाह अजमेर विखे स्थित है। यह स्टेटमेंट गलत है। डैश जी ने लंगर प्रथा की शुरुआत की सी। गुरु नानक देव जी थे गलत है स्टेटमेंट। गुरु अंगद देव जी ने यह शुरू की सी। स्टार्ट गुरु नानक देव जी ने की सी, बट जिहड़े बाकी गुरु से उन्होंने अगे इन्हों इस प्रथा नूं कॉन्टीन्यू रखिया। डैश ने पृथ्वीराज रासो नां दे ग्रंथ की रचना की। चंद बरदाई ने। डैश द्वारा गीत गोबिंद लिखा गया सी। जयदेव द्वारा। पंजाबी साहित्य के संस्थापक जां मोढी कौन सन? बाबा फरीद शकरगंज। कंबन द्वारा डैश भाषा विच रामायण लिखी गई। तमिल भाषा दे विच। दिल्ली सुल्ताना के राजकाल विच राजभाषा डैश सी फारसी। डैश ने बाबरनामा जां तुझ के बाबरी नां की प्रसिद्ध आत्मकथा तुर्की भाषा विच लिखी। किसने लिखी सी? बाबर ने। आईने अकबरी अते अकबरनामा दियां नां दियां पुस्तकां डैश द्वारा लिखियां गईयां सन। अबुल फजल द्वारा। डैश ने तबले अते सितार की खोज की। अमीर खुसरो ने। भाई गुरदास ने किन्नियां वारां की रचना की सी? 39 वारां की। दिल्ली सल्तनत काल विच रामानुज अते जयदेव संस्कृत भाषा के प्रसिद्ध लेखक सन। इस स्टेटमेंट ठीक है। डैश की जंगनामा पंजाबी साहित्य नूं एक अमुली देन है। शाह मुहम्मद का जिहड़ा जंगनामा लिखिया होया है। डैश जी ने 1604 ईस्वी विच आदि ग्रंथ साहिब की रचना की। श्री गुरु अर्जन देव जी ने। मुहम्मद तुगलक का चित्र मध्यकालीन चित्रकला का एक प्रसिद्ध नमूना है। ये स्टेटमेंट ठीक है। 18वीं सदी विच डैश मुगलों तो सुतंत्र होने वाला पहला राज सी बंगाल। 18वीं सदी के विच ही जिहड़ा बंगाल सी वो मुगलों तो सुतंत्र हो गया सी। मुहम्मद शाह ने 1719 ईस्वी तो डैश तक राज किया। 1748 ईस्वी तक। मुर्शिद कुली खान अवध का सूबेदार सी। यह स्टेटमेंट गलत है। हैदर अली डैश का शासक सी। इत्थों का शासक सी मैसूर का। बहादुर शाह जफर अखीरला मुगल शासक सी। इस स्टेटमेंट ठीक है। डैश नूं मैसूर का टाइगर कहा जाता है। टीपू सुल्तान नूं। सादत खान डैश ईस्वी विच अवध का सूबेदार बनिया सी 1722 ईस्वी विच। शिवाजी डैश साम्राज्य का संस्थापक सी मराठा साम्राज्य का। गोकुल जाटां का नेता सी। इस स्टेटमेंट ठीक है।
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਡੈਸ਼ ਸੀ, ਲਛਮਣ ਦਾਸ। ਫਰੁਖਸੀਅਰ ਦਿੱਲੀ ਦਾ ਸ਼ਾਸਕ ਬਣਿਆ, ਇਹ ਸਟੇਟਮੈਂਟ ਠੀਕ ਹੈ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ, ਠੀਕ। ਬਦਨ ਸਿੰਘ ਗੋਕਲ ਦਾ ਉੱਤਰਾਧਿਕਾਰੀ ਸੀ, ਗਲਤ। 1740 ਈਸਵੀ ਵਿੱਚ ਬਾਲਾਜੀ ਰਾਓ ਤੀਜਾ ਪੇਸ਼ਵਾ ਬਣਿਆ, ਠੀਕ ਹੈ। ਡੈਸ਼ ਨੇ ਛਤਰਪਤੀ ਦੀ ਉਪਾਧੀ ਧਾਰਨ ਕੀਤੀ, ਸ਼ਿਵਾਜੀ ਮਰਾਠਾ ਨੇ। ਸ਼ਿਵਾਜੀ ਦਾ ਜਨਮ 20 ਅਪ੍ਰੈਲ 1627 ਈਸਵੀ ਨੂੰ ਹੋਇਆ, ਠੀਕ ਹੈ। ਬੰਦਾ ਬਹਾਦਰ ਦਾ ਜਨਮ 27 ਅਕਤੂਬਰ 1670 ਈਸਵੀ ਵਿੱਚ ਹੋਇਆ, ਇਹ ਸਟੇਟਮੈਂਟ ਵੀ ਠੀਕ ਹੈ। ਮੁਗਲ ਬਾਦਸ਼ਾਹ ਫਰੁਖਸੀਅਰ ਨੇ ਡੈਸ਼ ਨੂੰ ਰਾਜ ਦੀ ਤਲਵਾਰ ਦਾ ਖਿਤਾਬ ਦਿੱਤਾ। ਅਬਦੁਸ ਸਮਦ ਖਾਨ। ਡੈਸ਼ ਨੇ ਭਾਈ ਮਨੀ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਤਾਰੂ ਸਿੰਘ ਅਤੇ ਵੀਰ ਹਕੀਕਤ ਰਾਏ ਵਰਗੇ ਪ੍ਰਸਿੱਧ ਵਿਅਕਤੀਆਂ ਨੂੰ ਸ਼ਹੀਦ ਕਰਵਾ ਦਿੱਤਾ। ਕਿਹਨੇ ਕਰਵਾਇਆ ਸੀ ਸ਼ਹੀਦ? ਜ਼ਕਰੀਆ ਖਾਨ ਨੇ। ਯਹੀਆ ਖਾਨ ਨੇ ਕਾਨੂੰਵਾਲ, ਗੁਰਦਾਸਪੁਰ ਵਿਖੇ ਸਿੱਖਾਂ ਉੱਤੇ ਅਚਾਨਕ ਹਮਲਾ ਕਰਕੇ 7000 ਸਿੱਖ ਮਾਰ ਦਿੱਤੇ ਅਤੇ 3000 ਨੂੰ ਕੈਦ ਕਰ ਲਿਆ। ਇਸ ਘਟਨਾ ਨੂੰ ਕੀ ਕਿਹਾ ਜਾਂਦਾ ਹੈ? ਛੋਟਾ ਘੱਲੂਘਾਰਾ। ਪ੍ਰੈਸ ਜਾਂ ਛਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਚਾਨਣ ਮੁਨਾਰਾ ਕਿਹਾ ਜਾਂਦਾ ਹੈ, ਠੀਕ। ਲੋਕਾਂ ਦੇ ਸਮੂਹ ਨੂੰ ਵੱਖ-ਵੱਖ ਢੰਗਾਂ ਨਾਲ ਸੰਪਰਕ ਕਰਨ ਨੂੰ ਡੈਸ਼ ਕਿਹਾ ਜਾਂਦਾ ਹੈ, ਜਨਤਕ ਸੰਚਾਰ। ਵਿਗਿਆਪਨ ਦੀ ਵਰਤੋਂ ਵਪਾਰਕ ਅਤੇ ਸਮਾਜਿਕ ਕੰਮਾਂ ਲਈ ਕੀਤੀ ਜਾਂਦੀ ਹੈ, ਇਹ ਸਟੇਟਮੈਂਟ ਠੀਕ ਹੈ। ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਰਾਹੀਂ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਸਕਦੀ ਹੈ, ਇਹ ਗਲਤ ਹੈ, ਕਿਉਂਕਿ ਅਸੀਂ ਦੇਸ਼ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਦੇ ਕੇ। ਜਨਤਕ ਸੰਚਾਰ ਦੇ ਬਿਜਲਈ ਸਾਧਨ ਦਾ ਨਾਂ ਟੈਲੀਵਿਜ਼ਨ। ਵਿਗਿਆਪਨ ਦੀਆਂ ਮੁੱਖ ਕਿੰਨੀਆਂ ਵਿਧੀਆਂ ਹਨ? 2। ਕਿਸੇ ਦੇਸ਼ ਵਿੱਚ ਪ੍ਰੈਸ ਜਾਂ ਛਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਚਾਨਣ ਮੁਨਾਰਾ ਕਿਹਾ ਜਾਂਦਾ ਹੈ, ਭਾਰਤ ਵਿੱਚ। ਸੂਚਨਾ ਅਧਿਕਾਰ ਅਧਿਨਿਯਮ ਤੋਂ ਭਾਵ ਹੈ ਕਿ ਲੋਕਾਂ ਨੂੰ ਉਹ ਸਾਰੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ। ਕਿਹੜੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਹੈ? ਜਿਸ ਦਾ ਪ੍ਰਭਾਵ ਉਹਨਾਂ 'ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਪੈਂਦਾ ਹੈ। ਕਿਸੇ ਵਸਤੂ ਦੀ ਵਿਕਰੀ ਜਾਂ ਮੰਗ ਨੂੰ ਵਧਾਉਣਾ ਵਿਗਿਆਪਨ ਦਾ ਮੁੱਖ ਉਦੇਸ਼ ਹੈ, ਠੀਕ। ਸੂਚਨਾ ਦਾ ਅਧਿਕਾਰ ਸਭ ਤੋਂ ਪਹਿਲਾਂ ਸਾਲ 2000 ਵਿੱਚ ਕਿਸ ਰਾਜ ਦੁਆਰਾ ਪਾਸ ਕੀਤਾ ਗਿਆ ਸੀ? ਰਾਜਸਥਾਨ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ RTI ਐਕਟ। ਜਨਤਕ ਸੰਚਾਰ ਆਧੁਨਿਕ ਪ੍ਰਣਾਲੀ ਦੇ ਨੁਕਸ ਦੱਸਣ ਲਈ ਇੱਕ ਡੈਸ਼ ਸਾਧਨ ਹੈ, ਸ਼ਕਤੀਸ਼ਾਲੀ। ਜਨਤਕ ਸੰਚਾਰ ਦੀ ਮੁੱਖ ਭੂਮਿਕਾ ਡੈਸ਼ ਪ੍ਰਦਾਨ ਕਰਨਾ ਹੈ, ਸਹੀ ਸੂਚਨਾ। ਡੈਸ਼ ਤੋਂ ਭਾਵ ਹੈ ਕਿ ਆਪਣੀ ਜ਼ਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਾਲ ਨਿਭਾਉਣਾ, ਸਦਾਚਾਰ। ਵਿਗਿਆਪਨ ਆਪਣੇ ਉਦੇਸ਼ ਦੇ ਆਧਾਰ 'ਤੇ ਵੱਖਰੇ ਵੱਖਰੇ ਹਨ, ਠੀਕ, ਕਿਉਂਕਿ ਹਰ ਜਿਹੜੀ ਐਡਵਰਟਾਈਜ਼ਮੈਂਟ ਅਸੀਂ ਦਿੰਦੇ ਹਾਂ ਉਹਦਾ ਜਿਹੜਾ ਉਦੇਸ਼ ਹੈ ਉਹ ਵੱਖਰਾ ਵੱਖਰਾ ਹੁੰਦਾ ਹੈ। ਲਿੰਗ ਅਸਮਾਨਤਾ ਡੈਸ਼ ਹੈ, ਇਹ ਕੀ ਹੈ? ਇੱਕ ਸਮਾਜਿਕ ਸਮੱਸਿਆ ਹੈ। ਡੈਸ਼ ਪਰਿਵਾਰ ਲਈ ਇੱਕ ਬੱਚੇ ਲਈ ਪਹਿਲੀ ਸਮਾਜਿਕ ਇਕਾਈ ਹੈ। ਕੀ ਹੈ ਪਹਿਲੀ ਇਕਾਈ? ਪਰਿਵਾਰ। ਲੜਕੀਆਂ ਤੋਂ ਘਰਾਂ ਦਾ ਕੰਮ ਕਰਾਉਣ ਕਰਕੇ ਅਤੇ ਛੋਟੇ ਭੈਣ ਭਰਾਵਾਂ ਦੀ ਦੇਖਭਾਲ ਕਰਨ ਲਈ ਵਿੱਦਿਆ ਤੋਂ ਵਾਂਝੇ ਰੱਖਿਆ ਜਾਂਦਾ ਹੈ, ਠੀਕ। ਪੁਰਾਣੇ ਟਾਈਮ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਆ ਉਹ ਬਿਲਕੁਲ ਢੁਕਦੀ ਸੀ, ਹੁਣ ਚੇਂਜ ਇਹਦੇ ਵਿੱਚ ਆ ਰਹੀ ਹੈ। ਅੱਜ ਵੀ ਸਮਾਜ ਵਿੱਚ ਲੜਕੀਆਂ ਦੀ ਕੁੱਲ ਗਿਣਤੀ ਦਾ ਡੈਸ਼ ਪ੍ਰਤੀਸ਼ਤ ਹੀ ਸਕੂਲ ਪੜ੍ਹਨ ਜਾਂਦੀਆਂ ਹਨ, 43%। ਸਰਕਾਰ ਵੱਲੋਂ ਲੜਕੀ ਦੇ ਵਿਆਹ ਦੀ ਉਮਰ ਘੱਟੋ ਘੱਟ ਡੈਸ਼ ਸਾਲ ਰੱਖੀ ਗਈ ਹੈ, 18 ਸਾਲ। ਬਟ ਹੁਣ ਜਿਹੜੀ ਨਵੀਂ ਸਟੇਟਮੈਂਟ ਆਈ ਹੈ, ਚੇਂਜਸ ਆਈਆਂ ਨੇ, ਉਹਦੇ ਵਿੱਚ 21 ਈਅਰਸ ਹੋ ਗਈ ਹੈ। ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਰਾਜਾ ਰਾਮ ਮੋਹਨ ਰਾਏ ਨੇ ਅੰਗਰੇਜ਼ਾਂ ਤੋਂ ਡੈਸ਼ ਵਿੱਚ ਸਤੀ ਪ੍ਰਥਾ ਵਿਰੁੱਧ ਕਾਨੂੰਨ ਪਾਸ ਕਰਵਾਇਆ 1829 ਈਸਵੀ ਵਿੱਚ। ਖਾਣਾ ਦੇਣ ਲਈ ਘਰਾਂ ਵਿੱਚ ਡੈਸ਼ ਨਾਲ ਫਰਕ ਕੀਤਾ ਜਾਂਦਾ ਹੈ, ਲੜਕੀਆਂ। ਲਿੰਗ ਅਸਮਾਨਤਾ ਤੋਂ ਭਾਵ ਹੈ ਲੜਕੇ ਅਤੇ ਲੜਕੀਆਂ ਪ੍ਰਤੀ ਵੱਖ-ਵੱਖ ਸਮਾਜਿਕ ਵਿਵਹਾਰ। ਸਤੀ ਪ੍ਰਥਾ ਤੇ ਬਾਲ ਵਿਆਹ ਕਾਨੂੰਨੀ ਤੌਰ 'ਤੇ ਰੋਕ ਦਿੱਤੇ ਗਏ ਹਨ, ਇਹ ਵੀ ਸਟੇਟਮੈਂਟ ਠੀਕ ਹੈ। ਲੜਕੀਆਂ ਲਈ ਵਿੱਦਿਆ ਦੇ ਅਵਸਰ ਅੱਜ ਵੀ ਸਮਾਨ ਨਹੀਂ ਹਨ, ਗਲਤ। ਓਪਰਚੁਨਿਟੀਜ਼ ਮਤਲਬ ਸਮਾਨ ਨੇ, ਬਟ ਫੈਮਿਲੀ ਮੈਂਬਰ ਵੱਲੋਂ ਜੇ ਕੋਈ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ ਤਾਂ ਉਹ ਵੱਖਰੀ ਗੱਲ ਹੈ। ਵਪਾਰ 2 ਤਰ੍ਹਾਂ ਦਾ ਹੁੰਦਾ ਹੈ, ਥੋਕ ਵਪਾਰ ਅਤੇ ਪਰਚੂਨ ਵਪਾਰ, ਇਹ ਠੀਕ ਹੈ। ਡੈਸ਼ ਉਹ ਸਥਾਨ ਹੈ ਜਿੱਥੇ ਖਰੀਦਦਾਰ ਅਤੇ ਵਿਕਰੇਤਾ ਇਕੱਠੇ ਹੁੰਦੇ ਹਨ, ਮੰਡੀ ਜਾਂ ਬਾਜ਼ਾਰ ਦੇ ਵਿੱਚ। ਚੀਜ਼ਾਂ ਵੇਚਣ ਵਾਲੇ ਨੂੰ ਕੀ ਕਹਿੰਦੇ ਹਨ? ਵਿਕਰੇਤਾ। ਵੱਡੇ ਪੱਧਰ 'ਤੇ ਚੀਜ਼ਾਂ ਵੇਚਣ ਅਤੇ ਖਰੀਦਣ ਦੇ ਧੰਦੇ ਨੂੰ ਵਪਾਰ ਕਿਹਾ ਜਾਂਦਾ ਹੈ, ਇਹ ਸਟੇਟਮੈਂਟ ਠੀਕ ਹੈ।
ਮੰਡੀ ਜਾਂ ਬਾਜ਼ਾਰ ਵਿੱਚ ਦਲਾਲ ਦਾ ਕੰਮ ਕੌਣ ਕਰਦਾ ਹੈ? ਪਰਚੂਨ ਵਪਾਰੀ। ਥੋਕ ਵਾਲਾ ਵਪਾਰੀ ਚੀਜ਼ਾਂ ਘੱਟ ਮਾਤਰਾ ਵਿੱਚ ਖਰੀਦ ਕੇ ਸਿੱਧੇ ਗਾਹਕ ਨੂੰ ਵੇਚਦਾ ਹੈ। ਇਹ ਗਲਤ ਹੈ ਕਿਉਂਕਿ ਉਹ ਗਾਹਕ ਨੂੰ ਜਿਹੜੀਆਂ ਸਿੱਧੀਆਂ ਚੀਜ਼ਾਂ ਨੇ ਥੋਕ ਵਾਲਾ ਵਪਾਰੀ ਨਹੀਂ ਵੇਚਦਾ। ਥੋਕ ਵਿਕਰੇਤਾ ਚੀਜ਼ਾਂ ਖਰੀਦ ਕੇ ਸਾਰੀਆਂ ਚੀਜ਼ਾਂ 'ਤੇ ਕੀਮਤਾਂ ਦੇ ਸਟਿੱਕਰ ਲਗਾਉਂਦਾ ਹੈ। ਗਲਤ। ਜਿਸ ਥਾਂ ਤੋਂ ਅਸੀਂ ਕਣਕ ਖਰੀਦਦੇ ਹਾਂ ਉਸ ਨੂੰ ਡੈਸ਼ ਮੰਡੀ ਕਿਹਾ ਜਾਂਦਾ ਹੈ। ਅਨਾਜ ਮੰਡੀ। ਡੈਸ਼ ਉਤਪਾਦਕ ਅਤੇ ਉਪਭੋਗਤਾ ਵਿੱਚ ਕੜੀ ਦੀ ਭੂਮਿਕਾ ਨਿਭਾਉਂਦਾ ਹੈ। ਪਰਚੂਨ ਵਪਾਰੀ। ਉਤਪਾਦਕ ਹੁੰਦਾ ਜੋ ਪੈਦਾ ਕਰਦਾ ਹੈ। ਉਪਭੋਗਤਾ ਜਿਹਨੇ ਚੀਜ਼ ਖਰੀਦ ਕੇ ਵਰਤਣੀ ਹੈ। ਪਰਚੂਨ ਵਪਾਰੀ ਕੀ ਤੋਂ ਖਰੀਦਦਾ ਹੈ? ਉਤਪਾਦਕ ਤੋਂ। ਅਤੇ ਵੇਚਦਾ ਕਿਹਨੂੰ ਹੈ? ਉਪਭੋਗਤਾ ਨੂੰ। ਪਰਚੂਨ ਵਪਾਰੀ ਦੋ ਤਰ੍ਹਾਂ ਦੇ ਹੁੰਦੇ ਹਨ, ਸਥਿਰ ਵਿਕਰੇਤਾ ਅਤੇ ਅਸਥਿਰ ਵਿਕਰੇਤਾ। ਠੀਕ। ਸਥਿਰ ਵਿਕਰੇਤਾ ਦਾ ਮਤਲਬ ਜਿੱਦਾਂ ਕਿ ਦੁਕਾਨ ਹੁੰਦੀ ਆ ਉੱਥੇ ਪਰਮਾਨੈਂਟ ਹੁੰਦੀ ਆ। ਅਸਥਿਰ ਵਿਕਰੇਤਾ ਜਿਹੜੇ ਕਿ ਕੋਈ ਰੇਹੜੀ ਵਗੈਰਾ ਲਾਉਂਦੇ ਨੇ ਉਹ ਹੁੰਦੇ ਨੇ ਅਸਥਿਰ ਵਿਕਰੇਤਾ। ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਜਿਹੜੇ 200 ਤੋਂ ਉੱਪਰ ਤੁਹਾਡੇ ਲਈ ਕੁਐਸਚਨਸ ਨੇ ਬਹੁਤ ਹੈਲਪਫੁਲ ਹੋਣਗੇ ਤੁਹਾਡੇ ਦੇ ਲਈ। ਤੁਸੀਂ ਬਹੁਤ ਅੱਛੀ ਤਿਆਰੀ ਕਰਨੀ ਹੈ। ਥੈਂਕਸ ਫॉर ਵਾਚਿੰਗ।